ਸੋ ਆਫ ਕੋਰਸ ਕਾਨਹਾ ਇਜ਼ ਵਨ ਥਿੰਗ ਜੋ ਮੈंने ਭਜਨ ਗਾਇਆ ਹੈ ਬਟ ਮੈਨੂੰ ਹਰਮੰਦਰ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਵੀ ਮੱਥਾ ਟੇਕ ਕੇ ਉਨੀ ਸ਼ਾਂਤੀ ਮਿਲਦੀ ਹੈ। ਮੈਨੂੰ ਮੈਂ ਕਨਵੈਂਟ 'ਚ ਵੀ ਪੜ੍ਹੀ ਹੂੰ ਬਚਪਨ 'ਤੇ, ਮੈਂ ਚਰਚ ਜਾ ਕੇ ਵੀ ਮੈਂ ਬਹੁਤ ਖੁਸ਼ ਰਹਿੰਦੀ ਹੂੰ। ਅਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੇ ਡਿਵਿਨਿਟੀ ਜਿਹੜੀ ਪਰਮਾਤਮਾ ਦੀ ਇੱਕ ਆਵਾਜ਼ ਹੈ ਸਾਡੇ ਵਿੱਚ, ਮੈਂ ਉਹਨੂੰ ਹਮੇਸ਼ਾ ਆਪਣੇ ਅੰਦਰ ਜਾਗਰਤ ਰੱਖਣਾ ਚਾਹੁੰਦੀ ਹੂੰ। मैं तो रटूंगी राधा नाम ब्रज की गलियों में, मैं तो रटूंगी राधा नाम ब्रज की गलियों में, जय राधे 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 राधे। ਜਿੱਦਾਂ ਦਾ ਤੁਹਾਡਾ ਖੁਦ ਦਾ ਬਿਹੇਵੀਅਰ ਆ ਉੱਦਾਂ ਦੇ ਤੁਸੀਂ ਇੱਕ ਸੌਂਗ ਚੂਜ਼ ਕੀਤਾ। ਸੋ ਫੈਮਿਲੀ ਬਹੁਤ ਵੱਡਾ ਰੋਲ ਪਲੇ ਕਰਦੀ ਆ। ਮਤਲਬ ਪਰਿਵਾਰ ਵਾਲਿਆਂ ਨੇ ਨਹੀਂ ਕਿਹਾ ਤੁਸੀਂ ਕੀ ਕਰ ਰਹੇ ਹੋ, ਡਿਵੋਸ਼ਨਲ ਗਾਣਾ ਕੌਣ ਸੁਣੂਗਾ, ਇਸ ਡੈਜ਼ਿਗਨੇਸ਼ਨ 'ਤੇ ਆ ਕੇ ਬਹੁਤ ਸਾਰੇ ਸਵਾਲ, ਕਿਉਂਕਿ ਇੱਕ ਲੇਡੀ ਲਈ ਤੁਹਾਡਾ ਸਟਰਗਲ ਵੀ ਜ਼ਰੂਰ ਜਾਣਾਂਗੇ, ਬਟ ਉਸ ਤੋਂ ਪਹਿਲਾਂ ਇਹ ਜਾਣਨਾ ਚਾਹੂੰਗੀ ਕਿ ਫੈਮਿਲੀ ਦਾ ਕੀ ਰੋਲ ਸੀ। ਯਾਦ ਹੈ ਇੱਕ ਇੰਸੀਡੈਂਟ, ਜਦੋਂ ਮੈਂ ਕਿਚਨ ਦੇ ਵਿੱਚ ਹਲਦੀ ਔਰ ਮਿਰਚ ਦਾ ਹਿਸਾਬ ਕਰ ਰਹੀ ਸੀਗੀ ਤੇ ਮੇਰੇ ਹਸਬੈਂਡ ਨੇ ਕਿਹਾ ਕਿ ਤੁਸੀਂ ਇਹਦੇ ਵਿੱਚ ਟਾਈਮ ਨਾ ਵੇਸਟ ਕਰੋ, ਤੁਸੀਂ ਜਾ ਕੇ ਆਪਣਾ ਇੰਡੋ US ਦਾ ਤਿਆਰੀ ਕਰੋ। ਤੋ ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਜਿਹੜੀ ਹੁੰਦੀਆਂ, ਮੈਨ ਦਾ ਸਪੋਰਟ ਵੀ ਸਾਨੂੰ ਹਮੇਸ਼ਾ ਇੱਕ ਛੋਟਾ ਜਿਹਾ ਨੱਚ ਚਾਹੀਦਾ ਹੁੰਦਾ ਹੈ। ਤੁਹਾਡਾ ਜਿਹੜਾ ਪ੍ਰੋਫੈਸ਼ਨ ਆ ਨਾ, ਉਹਦੇ ਵਿੱਚ ਦਿਲ ਦੀ ਘੱਟ ਲੋੜ ਤੇ ਦਿਮਾਗ ਦੀ ਜ਼ਿਆਦਾ ਲੋੜ ਹੁੰਦੀ ਹੈ। ਇੱਥੇ ਮੈਂ ਜ਼ਰੂਰ ਜਾਣਨਾ ਚਾਹਾਂਗੀ ਤੁਸੀਂ ਕਿਵੇਂ ਸਿਚੁਏਸ਼ਨ ਨੂੰ ਟੈਕਲ ਕਰਦੇ। ਕਈ ਵਾਰੀ ਅਸੀਂ ਸੋਚਦੇ ਹਾਂ ਐਜ਼ ਐਡਮਿਨਿਸਟ੍ਰੇਟਰ ਸ਼ਾਇਦ ਸਾਡਾ ਕੰਮ ਹੈ ਸਿਰਫ ਇੱਕ ਪਾਲਿਸੀ ਬਣਾਉਣਾ ਜੋ ਸ਼ਾਇਦ ਲੋਕਾਂ ਨੂੰ ਚੰਗੀ ਲੱਗੇਗੀ, ਬਟ ਅਸੀਂ ਉਹ ਟੈਸਟ, ਲਿਟਮਸ ਟੈਸਟ ਨਹੀਂ ਰਨ ਕਰਦੇ ਕਦੀ ਵੀ ਮਾਈਂਡ 'ਚ ਵੀ ਕਿ ਕਿਆ ਉਹ ਐਕਚੁਅਲੀ ਬੰਦਿਆਂ ਨੂੰ ਫਾਇਦਾ ਦੇਗੀ, ਕਿਆ ਐਕਚੁਅਲੀ ਬੰਦੇ ਇਹਦੇ ਨਾਲੋਂ ਬੈਨੀਫਿਟ ਕਰਨਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਸੋਨਾਲੀ। ਆਈ ਐਮ ਸ਼ੋਰ ਮੈਂ ਬਹੁਤ ਪੋਜ਼ੀਟਿਵ ਲੱਗ ਰਹੀ ਹੋਊਂਗੀ ਬਿਕਾਜ਼ ਮੈਂ ਜਿੱਥੇ ਬੈਠੀ ਆ ਉੱਥੇ ਇੰਨੀ ਪੋਜ਼ੀਟਿਵਿਟੀ, ਇੰਨੀ ਚੰਗੀ ਵਾਈਬਸ, ਬਹੁਤ ਵਾਰਮਥ ਮੈਨੂੰ ਫੀਲ ਹੋ ਰਹੀ ਆ। ਓਕੇ, ਸੋ ਇੱਕ ਇੰਟਰੋਡਕਸ਼ਨ ਦੇਣਾ ਚਾਹਾਂਗੀ ਕਿ ਜਦੋਂ ਇੱਕ ਇਨਸਾਨ ਬਹੁਤ ਚੰਗੇ ਮੁਕਾਮ 'ਤੇ ਪਹੁੰਚ ਜਾਂਦਾ ਹੈ ਨਾ, ਸੋ ਉਹ ਆਪਣੇ ਆਪ ਨੂੰ ਰੱਬ ਸਮਝ ਪੈਂਦਾ ਹੈ। ਤੁਸੀਂ ਨੋਟਿਸ ਜ਼ਰੂਰ ਕੀਤਾ ਹੋਵੇਗਾ ਬਹੁਤ ਸਾਰੇ ਇਨਸਾਨ, ਮੈਂ ਗਲਤ ਵੀ ਹੋ ਸਕਦੀ ਹਾਂ, ਬਟ ਐਜ਼ ਐਵਰੀ ਕੋਇਨ ਹੈਜ਼ ਟੂ ਸਾਈਡਸ, ਸੋ ਦੋਵੇਂ ਪਾਸੇ ਹੁੰਦੇ ਨੇ। ਕਈ ਰੱਬ ਨੂੰ ਬਹੁਤ ਮੰਨਦੇ ਨੇ ਅਤੇ ਕਈ ਨੂੰ ਖੁਦ ਨੂੰ ਹੀ ਰੱਬ ਮੰਨ ਪੈਂਦੇ ਨੇ। ਅਤੇ ਅੱਜ ਇਹੋ ਜਿਹੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾ ਰਹੇ ਆ ਜਿਨ੍ਹਾਂ ਨੇ ਲੋਕਾਂ ਦੀ ਸੋਚ ਬਦਲ ਦਿੱਤੀ ਆ, ਇੰਨੇ ਚੰਗੇ ਡੈਜ਼ਿਗਨੇਸ਼ਨ 'ਤੇ, ਔਰ ਰੱਬ ਨਾਲ ਇੰਨਾ ਕੀ ਪਿਆਰ, ਇੰਨਾ ਕਿ ਉਹਨਾਂ ਨਾਲ ਬੈਠ ਕੇ ਆਈ ਫੀਲ ਲਾਈਕ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਐਂਡ ਆਈ ਸੈਡ ਹਰ ਕਿ ਚਲੋ ਆਪਾਂ ਗੱਲਾਂ ਕਰਦੇ ਹਾਂ, ਬਹੁਤ ਮਜ਼ਾ ਆਊਗਾ। ਮੈਂ ਬਹੁਤ ਈਗਰਲੀ ਵੇਟ ਕਰ ਰਹੀ ਹਾਂ ਕਿ ਤੁਹਾਡੇ ਨਾਲ ਰੂਬਰੂ ਕਰਾਵਾਂ ਉਹਨਾਂ ਨੂੰ। ਆਮ ਸੋ ਹੈਪੀ, ਸੋ ਗਲੈਡ ਕਿ ਮੈਂ ਉਹਨਾਂ ਨਾਲ ਬੈਠੀ ਆ ਅਤੇ ਆਪਾਂ ਹੁਣ ਬਹੁਤ ਚੰਗੀ ਵਾਲੀ ਕਨਵਰਜ਼ੇਸ਼ਨ ਕਰਨ ਵਾਲੇ ਆ। ਆਮ ਟਾਕਿੰਗ ਅਬਾਊਟ IAS ਰਾਖੀ ਗੁਪਤਾ ਮੈਮ, ਵੈਲਕਮ ਟੂ ਡੇਲੀ। ਥੈਂਕ ਯੂ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੈਂਕ ਯੂ ਸੋ ਮਚ। 5 ਮਿੰਟ ਤੋਂ ਪਹਿਲਾਂ ਅਸੀਂ ਇਸ ਔਨ ਰੈਕਡ ਤੋਂ ਪਹਿਲਾਂ ਆਫ ਰੈਕਡ 5 ਮਿੰਟ ਬੈਠੇ ਐਂਡ ਆਈ ਫੀਲ ਸੋ ਗੁੱਡ। ਮੈਂ ਇੰਨਾ ਐਂਥੂਸੀਆਸਟਿਕ, ਇੰਨਾ ਗਲੈਡ ਫੀਲ ਕਰ ਰਹੀ ਹਾਂ ਤੁਹਾਡੇ ਨਾਲ ਬਹਿ ਕੇ। ਸਭ ਤੋਂ ਪਹਿਲਾਂ ਇਸ ਪੋਜ਼ੀਟਿਵ ਐਨਰਜੀ ਦਾ ਰਾਜ਼ ਕੀ ਹੈ? ਸੋਨਾਲੀ, ਤੁਸੀਂ ਆਈ ਥਿੰਕ ਬਹੁਤ ਪੋਜ਼ੀਟਿਵ ਹੋ, ਮੈਨੂੰ ਲੱਗਦਾ ਇਸ ਕਰਕੇ ਤੁਸੀਂ ਮੈਨੂੰ ਬਹੁਤ ਜ਼ਿਆਦਾ ਕੰਪਲੀਮੈਂਟਸ ਪੇ ਕਰ ਰਹੇ ਹੋ। ਲੇਕਿਨ ਮੈਨੂੰ ਲੱਗਦਾ ਹੈ ਜ਼ਿੰਦਗੀ 'ਚ ਅਸੀਂ ਜਦੋਂ ਇੱਕ ਚੀਜ਼ ਨੂੰ ਬਸ ਸਮਝਦੇ ਹਾਂ ਕਿ ਇਹੀ ਸਾਡਾ ਮੁਕਾਮ ਹੈ, ਇਹੀ ਸਾਡਾ ਐਂਡ ਹੈ, ਉਹ ਥੋੜ੍ਹੀ ਜਿਹੀ ਲਾਈਫ 'ਚ ਪ੍ਰੋਬਲਮ ਹੈ। ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਚੀਜ਼ਾਂ ਆਉਂਦੀਆਂ, ਚੰਗੀ ਵੀ ਮਾੜੀਆਂ ਵੀ, ਉਹਨਾਂ ਨੂੰ ਸਾਰਿਆਂ ਨੂੰ ਇੱਕ ਜਰਨੀ ਸਮਝਦੇ ਹੋਏ ਲੈਣਾ ਚਾਹੀਦਾ। ਅਤੇ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਨੰਬਰ 1 ਬਣਨਾ ਚਾਹੁੰਦੀ ਹਾਂ, ਮੈਂ ਸਭ ਤੋਂ ਬੈਸਟ ਇਸ ਚੀਜ਼ ਦੇ ਹੋਣਾ ਚਾਹੁੰਦੀ ਹਾਂ। ਇਹ ਜਦੋਂ ਫੀਲਿੰਗ ਸਾਡੇ ਕੋਲ, ਸਾਡੇ ਵਿੱਚ ਆ ਜਾਂਦੀ ਹੈ, ਤਾਂ ਸਾਡੀ ਪੋਜ਼ੀਟਿਵਿਟੀ ਚਲੀ ਜਾਂਦੀ ਹੈ। ਮੈਨੂੰ ਲੱਗਦਾ ਜਸਟ ਜਿਹੜੀ ਚੀਜ਼ ਆਉਂਦੀ ਜਾਏ ਉਹਨਾਂ ਨੂੰ ਆਪਣੀ ਸਟਰਾਈਡ 'ਚ ਲਓ, ਖੁਸ਼ ਰਹੋ ਉਹਦੇ ਵਿੱਚ। ਜਿਹੜੇ ਪ੍ਰੋਬਲਮਸ ਹੈਗੇ ਉਹਨਾਂ ਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰੋ, ਲੇਕਿਨ ਆਪਣੀ ਪੋਜ਼ੀਟਿਵਿਟੀ ਨੂੰ, ਆਪਣੀ ਪ੍ਰੇਰਨਾ ਨੂੰ, ਆਪਣੀ ਇੰਸਪੀਰੇਸ਼ਨ ਨੂੰ, ਆਪਣੀ ਡਿਵਿਨਿਟੀ ਨੂੰ ਆਪਣੇ ਵਿੱਚ, ਉਹਨੂੰ ਕਹੀਂ ਵਿੱਚ ਆਪਣੇ ਬੋਡੀ ਦੇ ਵਿੱਚ ਰੱਖੋ। ਡੋਂਟ ਲੈਟ ਦੈਟ ਗੋ, ਦੈਟ ਇਜ਼ ਮਾਈ ਮੈਸੇਜ। ਸੋ ਇਹ ਮਤਲਬ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਇੱਕ ਡੈਜ਼ਿਗਨੇਸ਼ਨ 'ਤੇ IAS, ਮੈਨੂੰ ਲੱਗਦਾ ਹੈ I can't even think about it. I'm so glad that I'm sitting with you. And ਉਸ ਤੋਂ ਬਾਅਦ ਵੀ you're so humble, you're so kind. ਅਤੇ ਇਸ ਡੈਜ਼ਿਗਨੇਸ਼ਨ 'ਤੇ ਆਉਣ ਤੋਂ ਬਾਵਜੂਦ ਵੀ ਰੱਬ ਨਾਲ ਇੰਨਾ ਪਿਆਰ, ਇੰਨੀ ਅਟੈਚਮੈਂਟ। ਅਤੇ ਮਤਲਬ ਦੱਸਣਾ ਚਾਹਾਂਗੇ ਕਾਨਾ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ, ਬਹੁਤ ਹੀ ਪਿਆਰੇ ਤਰੀਕੇ ਨਾਲ ਇਹਨਾਂ ਨੇ ਡੈਕੋਰੇਟ ਕਰਕੇ ਰੱਖਿਆ। ਸੋ ਕਾਨਾ ਨਾਲ ਜਿਹੜਾ ਤੁਹਾਡਾ ਪਿਆਰ ਆ, ਜੋ ਗੀਤ ਆਇਆ, ਆਈ ਵਾਂਟ ਤੁਸੀਂ ਆਪਣੇ ਵਰਡਸ ਦੇ ਵਿੱਚ ਲੋਕਾਂ ਨੂੰ ਦੱਸੋ। ਮੈਨੂੰ ਪਰਮਾਤਮਾ ਨਾਲ ਹੀ ਥੋੜ੍ਹੀ ਮੈਨੂੰ ਸਟਰੈਂਥ ਮਿਲਦੀ ਰਹੀ ਹੈ ਹਮੇਸ਼ਾ ਸੋਨਾਲੀ। ਸੋ ਆਫਕੋਰਸ ਕਾਨਹਾ ਇਜ਼ ਵਨ ਥਿੰਗ ਜੋ ਮੈंने ਭਜਨ ਗਾਇਆ ਹੈ
ਬਟ ਮੈਨੂੰ ਹਰਿਮੰਦਰ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਵੀ ਮੱਥਾ ਟੇਕ ਕੇ ਉਨੀ ਸ਼ਾਂਤੀ ਮਿਲਦੀ ਹੈ। ਮੈਨੂੰ ਮੈਂ ਕਨਵੈਂਟ 'ਚ ਵੀ ਪੜ੍ਹੀ ਹੂੰ ਬਚਪਨ 'ਤੇ, ਮੈਂ ਚਰਚ ਜਾ ਕੇ ਵੀ ਮੈਂ ਬਹੁਤ ਖੁਸ਼ ਰਹਿੰਦੀ ਹੂੰ। ਅਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੇ ਡਿਵਿਨਿਟੀ, ਜਿਹੜੀ ਪਰਮਾਤਮਾ ਦੀ ਇੱਕ ਆਵਾਜ਼ ਹੈ ਸਾਡੇ ਵਿੱਚ, ਮੈਂ ਉਹਨੂੰ ਹਮੇਸ਼ਾ ਆਪਣੇ ਅੰਦਰ ਜਾਗਰਤ ਰੱਖਣਾ ਚਾਹੁੰਦੀ ਹੂੰ। ਭਾਵੇਂ ਮੈਂ ਕੰਮ 'ਤੇ ਹੂੰ, ਭਾਵੇਂ ਮੈਂ ਹੌਬੀ ਆਪਣੀ ਪਰਸਿਊ ਕਰ ਰਹੀ ਹੂੰ, ਭਾਵੇਂ ਮੈਂ ਆਪਣੇ ਬੱਚਿਆਂ ਨਾਲ ਹੂੰ। ਅਤੇ ਉਹ ਥੋੜ੍ਹੀ ਜਿਹੀ ਪੋਜ਼ੀਟਿਵਿਟੀ ਜੇ ਆਪਾਂ ਆਪਣੇ ਵਿੱਚ ਰੱਖਦੇ ਨੇ ਤਾਂ ਉਹ ਸਾਨੂੰ ਪੋਜ਼ੀਟਿਵ ਆਪਣੇ ਸਾਨੂੰ ਵੀ ਰੱਖਦੀ ਹੈ, ਸਾਡੀ ਹੈਲਥ ਵੀ ਵਧੀਆ ਰੱਖਦੀ ਹੈ, ਔਰ ਜੋ ਬਾਕੀ ਸਾਡੇ ਇੰਟਰੈਕਸ਼ਨ ਦੇ ਆਉਂਦੇ ਹੈ ਉਹਨਾਂ ਨੂੰ ਵੀ ਪੋਜ਼ੀਟਿਵ ਰੱਖਦੀ ਹੈ। ਔਰ ਮੈਨੂੰ ਲੱਗਦਾ ਲੋਕਾਂ ਦਾ ਜਿਹੜਾ ਪਿਆਰ ਹੁੰਦਾ ਹੈ ਉਹ ਬੰਦੇ ਨੂੰ ਬਹੁਤ ਪੋਜ਼ੀਟਿਵਿਟੀ ਦਿੰਦਾ ਹੈ। ਅਤੇ ਜੇ ਆਪਣਾ ਆਪਾਂ ਸੋਚਦੇ ਹਾਂ ਆਪਾਂ ਨੂੰ ਆਪਣੇ ਆਪ ਨੂੰ ਖੁਸ਼ ਰੱਖੀਏ ਔਰ ਦੂਜੇ ਭਾਵੇਂ ਪਰੇਸ਼ਾਨ ਰਹਿਣ, ਉਹਦੇ ਨਾਲ ਖੁਸ਼ ਨਹੀਂ ਆਪਾਂ ਰਹਿ ਸਕਦੇ। ਜਿਹੜੇ 10 ਬੰਦੇ ਅਸੀਂ ਖੁਸ਼ ਕਰਦੇ ਹਾਂ ਉਹਨਾਂ ਦੀ ਜੋ ਪੋਜ਼ੀਟਿਵਿਟੀ ਸਾਡੇ ਵਿੱਚ ਆਉਂਦੀ ਹੈ। ਆਪਾਂ ਦਾਨ ਕਰਦੇ ਹਾਂ, ਹੁਣ ਆਪ ਨਵਰਾਤਰੇ ਚੱਲ ਰਹੇ ਨੇ, ਇਸ ਵੇਲੇ ਸਭ ਜਾ ਕੇ ਕੰਜਕਾਂ ਨੂੰ ਖਿਲਾ ਰਹੇ ਨੇ, ਕਿਉਂ ਕਰ ਰਹੇ ਹਨ? ਬਿਕੋਜ਼ ਜੋ ਖੁਸ਼ੀ ਬੱਚਿਆਂ ਦੀ ਚਿਹਰੇ 'ਤੇ ਅਸੀਂ ਦੇਖ ਕੇ ਖੁਸ਼ ਹੁੰਦੇ ਹਾਂ, ਦੈਟ ਇਜ਼ ਦੀ ਪੋਜ਼ੀਟਿਵਿਟੀ। ਆਈ ਥਿੰਕ ਦੈਟ ਇਜ਼ ਦੀ ਮੈਸੇਜ ਵਿਚ ਵੀ ਆਲ ਫੋਰਗੇਟ, ਕਿਉਂਕਿ ਅਸੀਂ ਸੋਚਿਆ ਅਸੀਂ ਉਹਨਾਂ ਨੂੰ ਦੇ ਕੇ ਖੁਸ਼ ਹੋ ਰਹੇ ਨੇ। ਅਸੀਂ ਖੁਸ਼ ਇਸ ਲਈ ਹੋ ਰਹੇ ਕਿਉਂਕਿ ਉਹ ਖੁਸ਼ ਹੋ ਰਹੇ ਨੇ, ਉਹਨਾਂ ਦੀ ਪੋਜ਼ੀਟਿਵਿਟੀ ਸਾਡੇ ਉੱਤੇ ਆ ਰਹੀ ਹੈ। ਅਸੀਂ ਆਫਿਸ ਦੇ ਵਿੱਚ ਵੀ ਹੁੰਦੇ ਹਾਂ, ਮੈਨੂੰ ਪਤਾ ਹੈ ਬਹੁਤ ਟਾਈਪ ਦੇ ਬੰਦੇ ਹੁੰਦੇ, ਤੁਹਾਨੂੰ ਪਤਾ ਹੈ ਬੁਰੇ ਵੀ ਹੈ, ਚੰਗੇ ਵੀ ਹੈ, ਮਾੜੇ ਵੀ ਹੈ, ਵਧੀਆ ਵੀ ਹੈ। ਬਟ ਜੇ ਆਪਾਂ ਸਾਰਿਆਂ ਨੂੰ ਇਹ ਕਹੀਏ ਕਿ ਹਰ ਇਨਸਾਨ ਬੁਰਾ ਹੈ, ਤਾਂ ਇਹ ਸਾਡੀ ਮਾੜੀ ਸੋਚ ਹੈ। ਹਰ ਬੰਦੇ ਦੇ ਵਿੱਚ ਇੱਕ ਪੋਜ਼ੀਟਿਵਿਟੀ ਹੈ, ਉਹ ਜੇ ਆਪਾਂ ਅਸੀਂ ਜਗਾ ਸਕੀਏ, ਉਹਨੂੰ ਬਾਹਰ ਕਰ ਸਕੀਏ। ਹਰ ਬੰਦੇ ਦੇ ਵਿੱਚ ਇੱਕ ਪੋਜ਼ੀਟਿਵ ਸਾਈਡ ਔਰ ਨੈਗੇਟਿਵ ਸਾਈਡ ਹੈ। ਤਾਂ ਉਹ ਸਾਡੇ ਉੱਤੇ ਐਜ਼ ਐਨ ਐਡਮਿਨਿਸਟ੍ਰੇਟਰ ਆਲਸੋ ਅਸੀਂ ਉਹਦਾ ਬੁਰਾ ਯੂਜ਼ ਕਰਨਾ ਚਾਹੁੰਦੇ ਹਾਂ, ਉਹਦੀ ਚੰਗੀ ਸਾਈਡ ਯੂਜ਼ ਕਰਨਾ ਚਾਹੁੰਦੇ ਹਾਂ। ਬਿਲਕੁਲ ਬਿਲਕੁਲ ਬਿਲਕੁਲ। ਵਾਓ, ਲਾਈਕ ਅਮੇਜ਼ਿੰਗ ਸੀਰੀਅਸਲੀ। ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਆ, ਸਪੈਸ਼ਲੀ ਇਫ ਆਈ ਟਾਕ ਅਬਾਊਟ ਯੂ, ਸੋ ਤੁਹਾਡੇ ਕੋਲ ਪੂਰੀ, ਮੈਂ ਕਹਿੰਦੀ ਹਾਂ ਪੂਰੀ ਦੁਨੀਆ ਦਾ ਕੰਮ ਤੁਹਾਡੇ ਕੋਲ ਆ, ਬਟ ਸਟਿਲ ਰੱਬ ਨਾਲ ਇੰਨਾ ਅਟੈਚਮੈਂਟ, ਇੰਨਾ ਤੁਸੀਂ ਹੰਬਲ ਹੈਗੇ ਹੋ। ਸੋ ਇੱਕ ਕੰਮ ਕਰਦੇ, ਇੱਕ ਵਾਰ ਆਈ ਐਮ ਸ਼ੋਰ ਦਰਸ਼ਕ ਬਹੁਤ ਐਕਸਾਈਟਿਡ ਹੋਣਗੇ, ਉਹ ਗਾਣੇ ਦੇ ਬੋਲ ਮੈਂ ਜ਼ਰੂਰ ਸੁਣਨਾ ਚਾਹੂੰਗੀ। ऑफ कोर्स। मैं तो रटूंगी राधा नाम ब्रज की गलियों में, मैं तो रटूंगी राधा नाम ब्रज की गलियों में, जय राधे 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 राधे। ਬਿਊਟੀਫੁਲ, ਆਈ ਜਸਟ ਲਵ ਇਟ। ਅਤੇ ਡਿਵੋਸ਼ਨਲ ਗਾਣਾ ਤੁਸੀਂ ਚੂਜ਼ ਕੀਤਾ, ਆਈ ਐਮ ਸ਼ੋਰ ਬਹੁਤ ਸਾਰੇ ਲੋਕ ਸੁਣ ਕੇ ਪੋਜ਼ੀਟਿਵ ਹੋਏ ਹੋਣਗੇ। ਜਿੱਦਾਂ ਦਾ ਤੁਹਾਡਾ ਖੁਦ ਦਾ ਬਿਹੇਵੀਅਰ ਆ, ਉੱਦਾਂ ਦੇ ਤੁਸੀਂ ਸੌਂਗ ਚੂਜ਼ ਕੀਤਾ। ਸੋ ਫੈਮਿਲੀ ਬਹੁਤ ਵੱਡਾ ਰੋਲ ਪਲੇ ਕਰਦੀ ਆ। ਮਤਲਬ ਪਰਿਵਾਰ ਵਾਲਿਆਂ ਨੇ ਨਹੀਂ ਕਿਹਾ ਤੁਸੀਂ ਕੀ ਕਰ ਰਹੇ ਹੋ, ਡਿਵੋਸ਼ਨਲ ਗਾਣਾ ਕੌਣ ਸੁਣੂਗਾ, ਇਸ ਡੈਜ਼ਿਗਨੇਸ਼ਨ 'ਤੇ ਆ ਕੇ ਬਹੁਤ ਸਾਰੇ ਸਵਾਲ, ਕਿਉਂਕਿ ਇੱਕ ਲੇਡੀ ਲਈ ਤੁਹਾਡਾ ਸਟਰਗਲ ਵੀ ਜ਼ਰੂਰ ਜਾਣਾਂਗੇ, ਬਟ ਉਸ ਤੋਂ ਪਹਿਲਾਂ ਇਹ ਜਾਣਨਾ ਚਾਹੂੰਗੀ ਕਿ ਫੈਮਿਲੀ ਦਾ ਕੀ ਰੋਲ ਸੀ। ਸੋ ਮੈਨੂੰ ਲੱਗਦਾ ਅਗੇਨ ਸਾਡੀ ਸੁਸਾਇਟੀ ਦੇ ਵਿੱਚ ਇਹ ਗੱਲ ਅਸੀਂ ਫੈਲਾਤੀ ਹੈ ਕਿ ਬੰਦੇ ਖਰਾਬ ਹੁੰਦੇ ਨੇ, ਇੱਦਾਂ ਵੀ ਨਹੀਂ ਹੁੰਦਾ ਹੈ। ਮੈਨ ਆਰ ਆਲਸੋ ਵੈਰੀ ਸਪੋਰਟਿਵ, ਬਟ ਇੱਕ ਐਨਰਜੀ ਹੈ ਜੋ ਮੈਨ ਔਰ ਵਿਮਨ ਕੀ ਹੈ, ਜਿਹਨੂੰ ਮੈਂ ਯਿਨ ਔਰ ਯੈਂਗ ਕਹਿੰਦੀ ਹੂੰ। ਉਨ ਦੋਨੋਂ ਨੂੰ ਅਸੀਂ ਜੋੜ ਕੇ ਹੀ ਸੁਸਾਇਟੀ ਦੀ, ਸਮਾਜ ਦੀ ਸ੍ਰਿਜਨ ਵੀ ਕ੍ਰੀਏਟਿਵਿਟੀ ਆਉਂਦੀ ਹੈ, ਸੁਸਾਇਟੀ ਦੇ ਵਿੱਚ ਬੜੋਤਰੀ ਹੁੰਦੀ ਹੈ। ਅਤੇ ਇਸ ਕਰਕੇ ਮੈਨ ਆਰ ਵੈਰੀ ਸਪੋਰਟਿਵ ਐਂਡ ਇਹੋ ਜਿਹੀ ਕੋਈ ਗੱਲ ਨਹੀਂ ਹੈ। ਮੈਨੂੰ ਲੱਗਦਾ ਜਿਵੇਂ ਮੇਰੇ ਕੇਸ ਦੇ ਵਿੱਚ ਮੇਰੇ ਫਾਦਰ ਨੇ ਹਮੇਸ਼ਾ ਮੈਨੂੰ ਅੱਗੇ ਕੀਤਾ। ਇਹ ਕਦੀ ਵੀ ਨਹੀਂ ਕਿਹਾ ਕਿ ਬੇਟਾ ਜਾ ਕੇ ਕਿਚਨ 'ਚ ਤੁਸੀਂ ਰੋਟੀ ਬਣਾਓ, ਲੇਕਿਨ ਇਹ ਵੀ ਨਹੀਂ ਮਨਾ ਕੀਤਾ ਕਿ ਤੁਸੀਂ ਕਿਚਨ ਦਾ ਕੰਮ ਨਾ ਕਰੋ। ਸੋ ਦਿਲ ਜਸਟ ਲੈਫਟ ਇਟ ਟੂ ਮੀ। ਮੈਨੂੰ ਲੱਗਦਾ ਲੇਡੀ ਨੂੰ ਜੇ ਚੋਇਸ ਦੇ ਦਿੱਤੀ ਜਾਏ ਤਾਂ ਉਹ ਬਹੁਤ ਕੁਝ ਅੱਗੇ ਕਰ ਸਕਦੀ ਹੈ। ਅਤੇ ਜੋਬ ਦੇ ਵਿੱਚ ਹਮੇਸ਼ਾ ਫਾਦਰ ਮੈਨੂੰ ਇਨਕਰੇਜ ਕਰਦੇ ਰਹੇ ਕਿ ਤੁਸੀਂ ਜਾਓ। ਮੰਮੀ ਹਮੇਸ਼ਾ ਮੈਨੂੰ ਇਹ ਕਹਿੰਦੇ ਰਹੇ ਕਿ ਨਹੀਂ, ਤੁਸੀਂ ਥੋੜ੍ਹਾ ਜਿਹਾ ਤੁਹਾਨੂੰ ਘਰ ਦਾ ਵੀ ਕੰਮ ਲੇਕਿਨ ਆਉਣਾ ਚਾਹੀਦਾ। ਫਿਰ ਉਸ ਤੋਂ ਬਾਅਦ ਜਦੋਂ ਵੱਡੇ ਹੋਏ, ਬੱਚੇ ਹੋਏ, ਬੇਟਿਆਂ ਨੇ ਵੀ, ਹਸਬੈਂਡ ਨੇ ਵੀ, ਉਹ ਮੈਨੂੰ ਸਪੇਸ ਦਿੱਤੀ ਕਿ ਜਾ ਕੇ ਜਦੋਂ ਮੈਨੂੰ ਯਾਦ ਹੈ ਇੱਕ ਇੰਸੀਡੈਂਟ, ਜਦੋਂ ਮੈਂ ਕਿਚਨ ਦੇ ਵਿੱਚ ਹਲਦੀ ਔਰ ਮਿਰਚ ਦਾ ਹਿਸਾਬ ਕਰ ਰਹੀ ਸੀਗੀ, ਅਤੇ ਮੇਰੇ ਹਸਬੈਂਡ ਨੇ ਕਿਹਾ ਕਿ ਤੁਸੀਂ ਇਹਦੇ ਵਿੱਚ ਟਾਈਮ ਨਾ ਵੇਸਟ ਕਰੋ, ਤੁਸੀਂ ਜਾ ਕੇ ਆਪਣਾ ਇੰਡੋ US ਦਾ ਤਿਆਰੀ ਕਰੋ। ਤੋ ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਜਿਹੜੀ ਹੁੰਦੀਆਂ, ਮੈਨ ਦਾ ਸਪੋਰਟ ਵੀ ਸਾਨੂੰ ਹਮੇਸ਼ਾ ਇੱਕ ਛੋਟਾ ਜਿਹਾ ਨੱਜ ਚਾਹੀਦਾ ਹੁੰਦਾ ਹੈ। ਉਹ ਨੱਜ, ਉਹ ਪਿਆਰ ਸਾਨੂੰ ਮਿਲ ਜਾਂਦਾ, ਦੈਨ ਵੀ ਕੈਨ ਰੀਅਲੀ ਡੂ ਵੰਡਰਸ। ਐਂਡ ਫਿਰ ਮੇਰੇ ਬੇਟੇ ਆਫ ਕੋਰਸ ਦੋਨੋਂ ਨੇ ਬਹੁਤ ਹਮੇਸ਼ਾ ਮੈਨੂੰ ਸਪੋਰਟ ਕੀਤੀ ਹੈ। I think I've been lucky and I'm blessed to have them in my life, and I hope all women also get this opportunity. And ਜਿਹੜੇ ਵੀ ਸਾਡੇ ਇਹ ਹੁਣ ਨਵੀਂ ਜਨਰੇਸ਼ਨ, ਖਾਸ ਤੌਰ ਸੇ ਮੁੰਡੇ ਇਹ ਸੁਣ ਰਹੇ ਨੇ, I want to tell them that the women ਉਹ ਤੁਹਾਨੂੰ ਬਹੁਤ ਪਿਆਰ ਦੇ ਸਕਦੀਆਂ, ਬਟ ਤੁਹਾਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਦੇਣਾ ਪਊਗਾ। ਸੋ ਉਹ ਆਪਾਂ ਭੁੱਲ ਜਾਂਦੇ ਹਾਂ, ਆਪਾਂ ਇਹ ਸੋਚਦੇ ਹਾਂ ਕਿ ਸ਼ਾਇਦ ਮੈਂ ਚੰਗੀ ਹੂੰ, ਉਹ ਮਾੜਾ ਹੈ। ਇਹ ਨਹੀਂ ਹੁੰਦਾ, ਦੋਨਾਂ ਨੂੰ ਥੋੜ੍ਹਾ ਥੋੜ੍ਹਾ ਪਿਆਰ ਦੇਣਾ ਪੈਂਦਾ, ਫਿਰ ਇਟ ਵਰਕਸ ਆਊਟ ਵੈਰੀ ਬਿਊਟੀਫੁਲੀ। ਸੋ
ਤੁਸੀਂ ਆਪਣਾ ਰਿਲੇਸ਼ਨਸ਼ਿਪ ਦੱਸਿਆ ਆਪਣੀ ਫੈਮਿਲੀ ਨਾਲ, ਬਟ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਲਾਈਫ ਬਹੁਤ ਹੀ ਜ਼ਿਆਦਾ ਹਰੀ ਹੈ, ਲਾਈਫ ਦੇ ਵਿੱਚ ਹਰ ਕਿਸੇ ਨੂੰ ਅੱਗੇ ਜਾਣਾ ਹੈ, ਪਿੱਛੇ ਸਭ ਕੁਝ ਭੁੱਲ ਕੇ ਰੱਬ ਨੂੰ ਤਾਂ ਭੁੱਲ ਹੀ ਚੁੱਕੇ ਆ, ਟੂ ਬੀ ਵੈਰੀ ਫਰੈਂਕ। ਤੇ ਅੱਜ ਕੱਲ੍ਹ ਦੇ ਰਿਲੇਸ਼ਨਸ਼ਿਪਸ ਨੂੰ, ਅੱਜ ਕੱਲ੍ਹ ਦੇ ਪਿਆਰ ਨੂੰ, ਅੱਜ ਕੱਲ੍ਹ ਦੇ ਇਸ ਲਾਈਫ ਸਟਾਈਲ ਨੂੰ ਕੀ ਕਹੋਗੇ ਅਕੋਰਡਿੰਗ ਟੂ ਯੂ, ਇਹ ਸਭ ਕੀ ਚੱਲ ਰਿਹਾ ਹੈ? आई थिंक जो कुछ चल रहा है ये हमेशा से इतना ही चलता रहा है, बट वी हैव टू बिकम बेटर ह्यूमन बींग्स, वी हैव टू बिकम बेटर इंडिविजुअल्स। और सानू ये कोशिश करनी चाहिए कि ਜਿਹੜੇ ਸਾਡੇ ਟੱਚ 'ਚ ਹੈ ਉਹ ਬੰਦਿਆਂ ਨੂੰ ਅਸੀਂ ਖੁਸ਼ ਰੱਖ ਸਕਣ। ਐਂਡ ਉਹਨਾਂ ਨੂੰ ਜੇ ਪ੍ਰੋਬਲਮ ਵੀ ਹੈ, ਉਹਨਾਂ ਨੂੰ ਗੁੱਸਾ ਵੀ ਕਿਸੇ ਨੂੰ ਆ ਰਿਹਾ ਹੈਗਾ, ਤੇ ਬਜਾਏ ਦੁਬਾਰਾ ਉਸ ਦੇ ਉੱਤੇ ਗੁੱਸਾ ਉਤਾਰਨ ਤੇ ਤੁਸੀਂ ਕੋਸ਼ਿਸ਼ ਕਰੋ ਸਮਝਣ ਦੀ ਕਿ ਬੰਦੇ ਨੂੰ ਕਿਉਂ ਗੁੱਸਾ ਆ ਰਿਹਾ ਹੈ, ਕੋਈ ਤਾਂ ਰੀਜ਼ਨ ਹੈ। ट्राई एंड गेट अ रीज़न आउट। तो मैं हमेशा रीजनिंग और लॉजिक ते चलती रही हाँ कि वन शुड रीजन इट आउट लॉजिकली, यूज़ योर ब्रेन समवेयर। और दिल ਨੂੰ ਬਹੁਤ ਇੰਪੋਰਟੈਂਸ ਦੇਣੀ ਚਾਹੀਦੀ। ਅਸੀਂ ਜੌਬ ਦੇ ਵਿੱਚ ਮੈਂ ਸੁਣਿਆ ਹੈ ਬਹੁਤ ਲੋਕੀ ਕਹਿੰਦੇ ਨਹੀਂ ਜੀ ਸਿਰਫ ਦਿਮਾਗ ਦੀ ਲੋੜ ਹੁੰਦੀ ਹੈ, ਦਿਮਾਗ ਦੀ ਵੀ ਲੋੜ ਹੁੰਦੀ ਹੈ, ਲੇਕਿਨ ਕਿਸੇ ਪਾਸੇ ਦਿਲ ਵੀ ਥੋੜਾ ਜਿਹਾ ਰੱਖਣਾ ਪੈਂਦਾ ਹੈ। ਸੌਰੀ ਟੂ ਇੰਟਰਪਟ ਯੂ ਮੈਮ, ਤੁਹਾਡਾ ਜਿਹੜਾ ਪ੍ਰੋਫੈਸ਼ਨ ਹੈ ਨਾ ਉਹਦੇ ਵਿੱਚ ਦਿਲ ਦੀ ਘੱਟ ਲੋੜ ਤੇ ਦਿਮਾਗ ਦੀ ਜ਼ਿਆਦਾ ਲੋੜ ਹੁੰਦੀ ਹੈ। ਇੱਥੇ ਮੈਂ ਜ਼ਰੂਰ ਜਾਣਨਾ ਚਾਹਾਂਗੀ ਤੁਸੀਂ ਕਿਵੇਂ ਸਿਚੁਏਸ਼ਨ ਨੂੰ ਟੈਕਲ ਕਰਦੇ? ਅਸੀਂ ਆਈ ਬੀਨ ਫੋਰਚੂਨੇਟ ਇਨਫ ਕਿ ਮੈਨੂੰ ਬਹੁਤ ਵਧੀਆ ਅਸਾਈਨਮੈਂਟਸ ਪੰਜਾਬ ਦੇ ਵਿੱਚ ਮਿਲੇ ਨੇ, ਜਿਵੇਂ ਕਿ ਡਿਪਟੀ ਕਮਿਸ਼ਨਰ ਮੈਂ ਫਰੀਦਕੋਟ ਰਹੀ ਹਾਂ, ADC ਲੁਧਿਆਣਾ ਰਹੀ ਹਾਂ, SDM ਬਠਿੰਡਾ ਰਾਮਪੁਰਾ ਫੂਲ ਰਹੀ ਹਾਂ, ਹੋਰ ਵੀ ਮੈंने ਸੈਕਟਰੀ PPSC ਪੰਜਾਬ ਦੇ ਵਿੱਚ ਕਾਫੀ ਅਸਾਈਨਮੈਂਟਸ ਕੀਤੀਆਂ। ਜੁਆਇੰਟ ਸੈਕਟਰੀ ਹੋਮ ਮੈਂ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਰਹੀ ਹਾਂ, ਮੈंने ਉੱਥੇ ਮਿਨਿਸਟਰੀ ਆਫ ਰੇਲਵੇਜ਼ ਪਾਵਰ ਉੱਥੇ ਵੀ ਕੰਮ ਕੀਤਾ ਹੈ। ਅਤੇ ਇਹ ਸਾਰਾ ਦੇਖਣ ਤੋਂ ਬਾਅਦ ਮੈਨੂੰ ਲੱਗਿਆ ਹੈ ਕਿ ਮੈਨੂੰ ਸ਼ਾਇਦ ਜਿਹੜੇ ਬੰਦਿਆਂ ਦੀ ਫੀਲਿੰਗਸ ਨੂੰ ਸਮਝ ਕੇ ਜ਼ਿਲ੍ਹਿਆਂ ਦੇ ਵਿੱਚ ਜਦੋਂ ਮੈਂ ਕੰਮ ਕਰਦੀ ਸੀਗੀ, ਮੈਨੂੰ ਬਹੁਤ ਵਧੀਆ ਇੱਕ ਹੁੰਗਾਰਾ ਮਿਲਾ ਕਿ ਮੈਨੂੰ ਇਹ ਪਤਾ ਹੈ ਕਿ ਕਿਹੜੀ ਪਾਲਿਸੀ ਕਿਸ ਨੂੰ ਚੰਗੀ ਲੱਗੂਗੀ ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਫਾਇਦਾ ਦੇਗੀ। तो वो सब अपन नहीं सोचते। कई बार ਅਸੀਂ सोचते हैं एज एडमिनिस्ट्रेटर शायद हमें साडा काम है सिर्फ एक पॉलिसी बनाना जो शायद लोगों ਨੂੰ ਚੰਗੀ ਲੱਗੇਗੀ, ਬਟ ਅਸੀਂ ਉਹ ਟੈਸਟ ਲਿਟਮਸ ਟੈਸਟ ਨਹੀਂ ਰਨ ਕਰਦੇ ਕਦੀ ਵੀ ਮਾਈਂਡ 'ਚ ਵੀ ਕਿ ਕਿਆ ਉਹ ਐਕਚੁਅਲੀ ਬੰਦਿਆਂ ਨੂੰ ਫਾਇਦਾ ਦੇਗੀ, ਕਿਆ ਐਕਚੁਅਲੀ ਬੰਦੇ ਇਹਦੇ ਨਾਲੋਂ ਬੈਨੀਫਿਟ ਕਰਨਗੇ, ਕੋਈ ਗਰੀਬ, ਕੋਈ ਵੀਕ, ਕੋਈ ਸੈਕਸ਼ਨਸ ਜਿਹੜੇ ਸਾਡੇ ਪਿਛੜੇ ਹੋਏ, ਕਿਆ ਉਹ ਸਾਰੇ ਇਹਦੇ ਨਾਲ ਬੈਨੀਫਿਟ ਕਰਨਗੇ। ਉਹ ਥੋੜ੍ਹਾ ਸਾਨੂੰ ਇਸ ਕਰਕੇ ਮੈਂ ਕਹਿੰਦੀ ਥੋੜ੍ਹੇ ਦਿਲ ਦੀ ਲੋੜ ਹੁੰਦੀ ਹੈ। ਅਤੇ ਦਿਮਾਗ ਦੇ ਵਿੱਚ ਅਫਕੋਰਸ ਆਪਾਂ ਜਿਹੜਾ ਟੈਕਨੀਕਲ ਕੰਮ ਕਰਦੇ ਹਾਂ ਉਹ ਕਰਦੇ ਹੀ ਹਾਂ, ਲੇਕਿਨ ਇੱਥੇ ਮੈਂ ਥੋੜ੍ਹਾ ਜਿਹਾ ਦਿਲ ਯੂਜ਼ ਕਰਨ ਦੀ ਕੋਸ਼ਿਸ਼ ਕਰਦੀ ਹਾਂ ਐਜ਼ ਐਨ ਐਡਮਿਨਿਸਟ੍ਰੇਟਰ ਆਲਸੋ। ਵਾਓ, ਆਈ ਥਿੰਕ ਐਵਰੀਬਡੀ ਨੀਡਸ ਟੂ ਹੀਅਰ ਦੈਟ, ਕਿਉਂਕਿ ਜਿਵੇਂ ਮੈਂ ਕਿਹਾ ਪ੍ਰੋਫੈਸ਼ਨ ਬਹੁਤ ਡਿਫਰੈਂਟ ਅਤੇ ਇੰਟਰਸਟ ਬਹੁਤ ਡਿਫਰੈਂਟ। ਹੌਬੀ ਮੈਨੂੰ ਬਹੁਤ ਪਸੰਦ ਆਈ, ਅਤੇ ਇਹ ਜਿਹੜੀਆਂ ਗੱਲਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸੰਸਕਾਰਾਂ ਤੋਂ ਹੀ ਸ਼ੁਰੂਆਤ ਹੁੰਦੀ ਆ। ਸੋ ਸੰਸਕਾਰ ਦੀ ਜੇ ਗੱਲ ਕਰੀਏ ਸੋ ਤੁਹਾਡੇ ਮੋਮ ਦਾ ਜ਼ਿਕਰ ਜ਼ਰੂਰ ਆਉਂਦਾ ਹੈ, ਅਤੇ ਮੈਂ ਦੇਖਿਆ ਤੁਸੀਂ ਆਪਣੀ ਮਦਰ ਨਾਲ ਵੈਸੇ ਹੀ ਬਹੁਤ ਅਟੈਚ। ਐਕਚੁਅਲੀ ਸਾਡਾ ਇੱਕ ਛੋਟਾ ਕਲੋਜ਼-ਨਿਟ ਪਰਿਵਾਰ ਸੀਗਾ, ਤੋ ਘਰ ਦੇ ਵਿੱਚ ਭਜਨ, ਘਰ ਦੇ ਵਿੱਚ ਥੋੜ੍ਹਾ ਜਿਹਾ ਰਿਲੀਜੀਅਸ ਮਾਹੌਲ ਸੀਗਾ, ਜਿੱਥੇ ਬਹੁਤ ਐਂਬਿਸ਼ਨ ਵੀ ਸੀਗੀ ਕਿ ਬੱਚੇ ਪੜ੍ਹ ਲਿਖ ਕੇ ਖਾਸ ਤੌਰ ਸੇ ਕੁੜੀਆਂ ਅੱਗੇ ਜਾਣ, ਉਹ ਵੀ ਸੀਗਾ। ਅਤੇ ਉਸ ਦੇ ਨਾਲ ਲੇਕਿਨ ਹਮੇਸ਼ਾ ਇੱਕ ਸਾਨੂੰ ਜਿਵੇਂ ਕਹਿੰਦੇ ਆ ਕਿ ਵਿੰਗਸ ਤੋਂ ਦਿੱਤੇ ਹੀ, ਲੇਕਿਨ ਇੱਕ ਰੂਟਸ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰਿਵਾਰ ਨੇ, ਅਤੇ ਉਹ ਰੂਟਸ ਮੈਨੂੰ ਲੱਗਦਾ ਹੈ ਦੇ ਹੈਵ ਹੈਲਡ ਮੀ ਇਨ ਵੈਰੀ ਗੁੱਡ ਸਟੈਡ, ਕਿਉਂਕਿ ਉਹਦੇ ਨਾਲ ਮੈਂ ਜਦੋਂ ਵੀ ਲਾਈਫ 'ਚ ਬਹੁਤ ਹਾਈ ਜਾਂ ਲੋ ਹੁੰਦੀ ਹੂੰ, ਮੈਂ ਵਾਪਸ ਮੇਰੇ ਲਈ ਬਹੁਤ ਸੌਖਾ ਹੋ ਜਾਂਦਾ ਆਉਣਾ। ਅਤੇ ਉਹ ਰੂਟਸ ਨਾਲ ਮੈਨੂੰ ਲੱਗਦਾ ਜੁੜ ਕੇ, ਔਰ ਰੂਟਸ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਤਾਂ ਆਫਕੋਰਸ ਡਿਵਿਨਿਟੀ ਔਰ ਪਰਮਾਤਮਾ ਦੀ ਤਾਂ ਗੱਲ ਆਉਂਦੀ ਹੈ। ਅਤੇ ਆਈ ਥਿੰਕ ਉਹਦੇ ਨਾਲ ਜੁੜ ਕੇ ਹਮੇਸ਼ਾ ਇਸ ਤਰ੍ਹਾਂ ਦਾ ਮਾਹੌਲ ਪਰਿਵਾਰ 'ਚ ਰਿਹਾ ਕਿ ਅਸੀਂ ਸਿੰਪਲ ਫੈਮਿਲੀ ਕੇ ਇੱਕ ਪ੍ਰੋਫੈਸ਼ਨਲ ਫੈਮਿਲੀ, ਮੇਰੇ ਫਾਦਰ ਵੀ ਇਨਕਮ ਟੈਕਸ ਦੇ ਚੀਫ ਕਮਿਸ਼ਨਰ ਹੈ, ਤਾਂ ਅਸੀਂ ਇੱਕ ਪ੍ਰੋਫੈਸ਼ਨਲ ਫੈਮਿਲੀ ਦੇ ਬੱਚੇ ਰਹੇ ਹਾਂ, ਤਾਂ ਉਸੇ ਹਿਸਾਬ ਨਾਲ ਸਾਰਾ ਚੱਲਦਾ ਰਿਹਾ। ਔਰ ਮੈਨੂੰ ਲੱਗਦਾ ਇਹ ਸ਼ੌਕ ਹੁਣ ਮੈਂ ਪ੍ਰਵਾਨ ਕਰ ਪਾਈ ਹੂੰ, ਕਿਉਂਕਿ ਹੁਣ ਥੋੜ੍ਹਾ ਜਿਹਾ ਟਾਈਮ ਮੈਨੂੰ ਮਿਲਿਆ ਹੈ। ਬਿਲਕੁਲ, ਸ਼ੌਕ ਦੀ ਗੱਲ ਕਰਾਂ ਸੋ ਬਿਲਕੁਲ ਸਹੀ ਕਿਹਾ। ਕਈ ਵਾਰ ਕੀ ਹੁੰਦਾ ਹੈ ਸ਼ੌਕ ਹੁਣ ਪ੍ਰੋਫੈਸ਼ਨ ਮੈਂ ਕਹਾਂਗੀ ਮਤਲਬ ਨਹੀਂ ਬਣਿਆ, ਬਟ ਹਾਂ ਤੁਸੀਂ ਹੁਣ ਮਤਲਬ ਜਿਸ ਮੈਂ ਵੀ ਸਕਰੋਲ ਕੀਤਾ ਸੀ ਅਤੇ ਮੈਂ ਦੇਖਿਆ ਅਤੇ ਮੈਨੂੰ ਬਹੁਤ ਪਸੰਦ ਆਇਆ। ਤੁਸੀਂ ਮੈਨੂੰ ਆਪਣੇ ਵੱਲ ਖਿੱਚਿਆ ਉਸ ਗਾਣੇ ਨਾਲ, ਤੁਹਾਡੀਆਂ ਗੱਲਾਂ ਨਾਲ। ਸੋ ਜੇ ਕਦੇ ਮੌਕਾ ਮਿਲੇ ਆਪਣੀ ਇੰਡਸਟਰੀ ਨੂੰ ਕੁਛ ਗਾ ਕੇ ਦੇਣ ਦਾ ਜਾਂ ਇਹੋ ਜਿਹਾ ਕੁਛ, ਕਿਉਂਕਿ ਹੁਣ ਤੁਸੀਂ ਬਹੁਤ ਵਾਇਰਲ ਹੋ ਚੁੱਕੇ ਹੋ, ਸੋ ਇੱਦਾਂ ਦਾ ਕੁਛ ਇੰਪਲੀਮੈਂਟ ਕਰੋਗੇ? ਇਹ ਵਾਇਰਲ ਹੋਣ ਦਾ ਵੀ ਮੈਨੂੰ ਮਿਸਟਰੀ ਨਹੀਂ ਸਮਝ ਆ ਰਹੀ, ਕਿਉਂਕਿ ਮੈਂ ਇੰਨੇ ਹੀ ਸਿੰਪਲ ਜਿਹੇ ਜਾ ਕੇ ਇੱਕ ਗਾਣਾ ਗਾ ਦਿੱਤਾ ਸੀਗਾ। ਇਨਫੈਕਟ ਉਹਦੀ ਰਿਕਾਰਡਿੰਗ ਵੀ ਮੈਂ ਆਪਣੇ ਜਦੋਂ ਕੀਤੀ ਸੀਗੀ ਤਾਂ ਬਹੁਤ ਘੱਟ ਟਾਈਮ ਸੀਗਾ। ਲੋਕੀ ਕਹਿੰਦੇ ਬੜਾ ਰਿਊਜ਼ ਕਰਨਾ ਪੈਂਦਾ, ਲੇਕਿਨ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਇਹ ਲਗਜ਼ਰੀ ਟਾਈਮ ਦੀ ਨਹੀਂ ਹੈ। ਅਤੇ ਮਾੜਾ ਜਿਹਾ ਰਿਆਜ਼ ਕਰਕੇ ਆਪਾਂ ਪਹੁੰਚ ਗਏ ਗਾਣੇ, ਔਰ ਉੱਥੇ ਕੋਈ ਪ੍ਰੋਫੈਸ਼ਨਲ ਕੋਰੀਓਗ੍ਰਾਫੀ ਵੀ ਨਹੀਂ ਸੀਗੀ, ਕਿਉਂਕਿ ਮੇਰੇ ਮਨ 'ਚ ਜੋ ਆਇਆ ਮੈਂ ਉਹੀ ਐਕਸ਼ਨਸ ਵੀ ਕਰ ਦਿੱਤੇ। ਐਂਡ ਸਗੋਂ ਮੈਂ ਹੁਣ ਇਹ ਵੀ ਐਡਮਿਟ ਕਰਾਂਗੀ ਕਿ ਲੋਕੀ ਮੈਨੂੰ ਕਹਿ ਰਹੇ ਸੀ ਕਿ ਕੋਈ ਪ੍ਰੋਫੈਸ਼ਨਲ ਵਾਰਡਰੋਬ ਹੁੰਦੀ ਹੈ ਇਹਦੇ ਵਿੱਚ ਬੜਾ, ਬਟ ਮੇਰੇ ਕੋਲ ਜਿਹੜੇ ਘਰ ਦੇ ਕੱਪੜੇ ਪਏ ਸੀਗੇ ਮਤਲਬ ਵਧੀਆ ਵਾਲੇ ਜਿਹੜੇ ਹੁੰਦੇ ਸ਼ਾਦੀ ਵਿਆਹ 'ਚ ਆਪਾਂ ਪਾ ਕੇ ਜਾਂਦੇ ਹੈ, ਉਹ ਮੈਂ ਪਾ ਲਈਏ।
ਔਰ ਬਟ ਸਮਹਾਉ ਐਵਰੀਥਿੰਗ ਕਲਿਕਡ ਸੋ ਬਿਊਟੀਫੁਲੀ। ਔਰ ਮੈਨੂੰ ਇਹੀ ਸਮਝ ਨਹੀਂ ਆ ਰਿਹਾ ਕਿ ਲੋਕਾਂ ਨੂੰ, ਮੈਨੂੰ ਤਾਂ ਲੱਗਦਾ ਸਕਰੀਨ 'ਚ ਡਰਾਮਾ ਐਲੀਮੈਂਟ ਔਰ ਬੜਾ ਵੱਡਾ ਕੁਝ ਚੰਗਾ ਲੱਗਦਾ ਹੈ, ਬਟ ਇੰਨੀ ਸਿੰਪਲ ਗੱਲ ਹੈ ਲੋਕਾਂ ਨੂੰ ਕਿਵੇਂ ਔਰ ਕਿੱਦਾਂ ਪਸੰਦ ਆ ਗਈ ਹੈ, ਇਹ ਮੈਨੂੰ ਗੱਲ ਕੁਝ ਮੇਰੇ ਲਈ ਵੀ ਮਿਸਟਰੀ ਹੈ। ਤੇ ਇਹ ਮੈਂ ਹੁਣ ਆਪਣੇ ਫ੍ਰੀ ਟਾਈਮ 'ਚ ਕਾਨਾ ਜੀ ਤੋਂ ਪੁੱਛੂੰਗੀ ਕਿ ਜੀ ਇਹ ਦੱਸੋ ਕਿ ਤੁਸੀਂ ਕੀ ਜਾਦੂ ਕੀਤਾ ਹੈਗਾ ਕਿ ਇਹ ਮਿਸਟਰੀ ਚੱਲ ਗਈ, ਮਤਲਬ ਲੋਕਾਂ ਨੂੰ ਪਸੰਦ ਆ ਗਈ। तो एज यू आर सेइंग कि इनू प्रोफेशन के तौर पे वेल मेरे लिए प्रोफेशन, मैं जिस इंडियन एडमिनिस्ट्रेटिव सर्विस च हूँ, एक बहुत ही सेक्रेड प्रोफेशन है, एक बहुत ही नोबल प्रोफेशन है। तो मैं इसनू बहुत अहमियत देंदी हूँ क्योंकि मैनू पता है एक परमात्मा की बख्शीश है जिहदे नाल बहुत लोग ਆਪਾਂ ਇਨਫਲੂਐਂਸ ਕਰ ਸਕਦੇ ਨੇ, ਬਹੁਤ ਲੋਕਾਂ ਦੇ ਲਾਈਫਸ 'ਤੇ ਇਫੈਕਟ ਕਰ ਸਕਦੇ ਨੇ। तो मैनू लगता है मेरे लिए प्रोफेशन मेरे लिए बहुत सुप्रीम है मेरी, मैं उन्होंने बहुत उदी इज्जत करती हूँ। बट ये शौक है और कभी लाइफ 'ਚ कुछ इसनू अपनी प्रोफेशन ਨੂੰ ऑफकोर्स कॉम्प्रोमाइज़ ना करते हुए कभी कोई टाइम मिला तो ऑफकोर्स आई वोंट माइंड सिंगिंग अगेन, इट्स माई हॉबी। वो मैं करती हूँ, मैं पोइट्री भी लिखती हूँ, मैं स्कूल के ड्रामाज में भी मैं बहुत पार्ट लेता है हमेशा। डिबेट कंपटीशन अभी मैं अपने कॉलेज लीरी श्री राम कॉलेज ਨੂੰ रिप्रजेंट ਕੀਤਾ ਸੀਗਾ डिबेट 'ਚ। तो ਇਹੋ ਜਿਹੇ ਕੁਝ ਕਰਦੀ ਰਹਿੰਦੀ हूँ, बट वो मैं सारा इस करके करती हूँ ताकि मैं अपनी प्रोफेशन ਦੇ ਵਿੱਚ ਅਲਾਈਵ ਰਹੂੰ ਔਰ ਮੈਂ ਆਪਣੇ ਆਪ ਨੂੰ ਐਕਸਪੈਰੀਮੈਂਟ ਕਰਦੀ ਰਹਾਂ ਆਪਣੇ ਨਾਲ, ਆਪਣੀ ਲਾਈਫ ਨੂੰ ਦੁਬਾਰਾ ਸੇ ਸਮਝਦੀ ਰਹੂੰ ਕਿ ਮੈਂ ਹੋਰ ਕੀ ਕੁਝ ਕਰ ਸਕਦੀ ਹੂੰ। ਬਟ ਆਫ ਕੋਰਸ ਥੋੜਾ ਗੇਮਸ ਦੇ ਵਿੱਚ ਮੈਂ ਬਹੁਤ ਵਧੀਆ ਨਹੀਂ ਰਹੀ ਹੂੰ, ਥੋੜੀ ਜੀ ਬਾਸਕਟਬਾਲ ਖੇਲ ਲੈਂਦੀ ਹੂੰ ਔਰ ਬਟ ਉਹਦੇ ਨਾਲ ਵੀ ਬਸ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਰ ਚੀਜ਼ ਲਾਈਫ में ਪਹਿਲੂ ਮੈਂ ਥੋੜਾ ਆਪਣੇ ਆਪ ਨੂੰ ਇੰਟਰਸਟਿਡ ਰੱਖੂੰ ਤਾਂ ਕਿ ਜੌਬ ਦੇ ਵਿੱਚ ਮੈਨੂੰ ਬੋਰੀਅਤ ਨਾ ਆਏ। ਉਹ ਮੈਨੂੰ ਤੁਹਾਡੀ ਪਰਸਨੈਲਿਟੀ ਦੇਖ ਕੇ ਸਾਫ਼-ਸਾਫ਼ ਪਤਾ ਲੱਗ ਰਿਹਾ ਹੈ। ਥੈਂਕ ਯੂ ਸੋ ਮਚ ਮੈਮ। ਈਵਨ ਆਪਣੇ ਆਪ ਨੂੰ ਇਨਵੋਲਵ ਕਰਦੇ ਹੋਏ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਤੁਹਾਡੇ ਮੈਸੇਜ ਦੀ ਬਹੁਤ ਲੋੜ ਆ, ਤੁਹਾਡੀ ਪੋਜ਼ਿਟਿਵਿਟੀ ਦੀ ਕੈਮਰਾ ਦੇ ਉਸ ਪਾਰ ਬੈਠੇ ਲੋਕਾਂ ਨੂੰ ਮੈਨੂੰ ਬਹੁਤ ਲੋੜ ਆ। ਸੋ ਕੋਈ ਪਿਆਰਾ ਜਿਹਾ ਮੈਸੇਜ ਤੁਹਾਡੇ ਵੱਲੋਂ। ਮੈਂ ਸਾਰਿਆਂ ਨੂੰ ਇੱਕ ਹੀ, ਕਿਉਂਕਿ ਲੋਕਡਾਊਨ ਹੋਇਆ ਸੀਗਾ ਔਰ ਪੂਰੇ ਸਾਲ ਫਿਰ ਮੈंने ਉਹੀ ਸੋਚਿਆ ਕਿ ਆਪਾਂ ਇੰਨੀ ਮਾਈਗ੍ਰੈਂਟ, ਜਦੋਂ ਆਪਾਂ ਐਜ਼ ਰੈਜ਼ੀਡੈਂਟ ਕਮਿਸ਼ਨਰ ਮੈਨੂੰ ਕੋਆਰਡੀਨੇਟ ਕਰਨਾ ਸੀਗਾ, ਸਾਡੀ ਮਾਈਗ੍ਰੈਂਟ ਲੇਬਰ ਬਹੁਤ ਜ਼ਿਆਦਾ ਸਾਡੀ ਸਟੇਟ ਦੇ ਵਿੱਚ ਸੀਗੀ, ਉਹਨਾਂ ਦਾ ਕੋਆਰਡੀਨੇਸ਼ਨ ਸੀਗਾ। ਸਾਡਾ NRI ਡਾਇਸਪੋਰਾ ਬਾਹਰ ਬਹੁਤ ਜ਼ਿਆਦਾ ਹੈਗਾ, ਕੈਨੇਡਾ 'ਚੋਂ ਆਸਟ੍ਰੇਲੀਆ 'ਚੋਂ, ਉਹਨਾਂ ਨੂੰ ਜਦੋਂ ਆਉਣਾ ਸੀਗਾ ਉਹਨਾਂ ਨੂੰ ਫੈਸਿਲੀਟੇਟ ਅਸੀਂ ਕਰਾਇਆ ਪੰਜਾਬ ਭਵਨ ਵੱਲੋਂ। ਤਾਂ ਇਹ ਸਭ ਆਪਾਂ ਕਰਦੇ ਰਹੇ ਓਫੀਸ਼ੀਅਲ ਕੰਮ। ਬਟ ਮੈਂ ਕਿਉਂਕਿ ਮੇਰੇ ਕੋਲ ਥੋੜ੍ਹਾ ਟਾਈਮ ਸੀਗਾ ਅਤੇ ਮੈਂ ਕੋਸ਼ਿਸ਼ ਇਹ ਕੀਤੀ ਕਿ ਵੈਬੀਨਾਰ ਰਾਹੀਂ ਮੈਂ ਯੂਨੀਵਰਸਿਟੀਜ਼ ਦੇ ਬੱਚਿਆਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ, ਖਾਸ ਤੌਰ ਸੇ ਯੂਥ ਨੂੰ, ਕਿਉਂਕਿ ਉਹਨਾਂ ਨੂੰ ਇੱਕ ਮੈਸੇਜ ਮੈਂ ਦੇਣਾ ਚਾਹੁੰਦੀ ਸੀਗੀ ਕਿ ਇਸ ਵੇਲੇ ਬਹੁਤ ਵਧੀਆ ਟਾਈਮ ਹੈ ਕਿ ਤੁਸੀਂ ਆਪਣੀ ਫੈਮਿਲੀ ਨਾਲ ਕਨੈਕਟ ਕਰੋ, ਬਜਾਏ ਬੋਰ ਹੋਣ ਦੇ ਕਿ ਇਹ ਤਾਂ ਮੈਂ ਫਸ ਗਿਆ ਜੀ, ਮੈਂ ਤਾਂ ਮੰਮੀ ਪਾਪਾ ਨਾਲ ਹੀ ਫਸ ਗਿਆ ਹੁਣ ਤੋਂ, ਅਤੇ ਹੁਣ ਦਾਦੀ ਦਾਦਾ ਨੂੰ ਵੀ ਝੇਲਣਾ ਪਊਗਾ, ਇਹ ਇੱਕ ਐਟੀਟਿਊਡ ਆ ਗਿਆ। ਬਟ ਆਈ ਵਾਸ ਟਰਾਈਂਗ ਟੂ ਟੈਲ ਦੈਮ ਕਿ ਜਿਹੜੇ ਪੰਜਾਬੀ ਜੇ ਸਾਡੇ ਚਿੱਟੇ ਧੌਲੇ ਅਸੀਂ ਕਹਿੰਦੇ, ਉਹਦਾ ਫਾਇਦਾ ਉਠਾਓ ਇਸ ਵੇਲੇ, ਕਿਉਂਕਿ ਉਹਨਾਂ ਦੇ ਕੋਲ ਐਕਸਪੀਰੀਅੰਸ ਹੈ, ਉਹਨਾਂ ਦੇ ਕੋਲ ਖਾਣਾ ਖਾਓ ਬਹਿ ਕੇ, ਉਹਨਾਂ ਦੇ ਨਾਲ ਗੇਮਸ ਖੇਡੋ, ਅਤੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਲਾਈਫ ਇਜ਼ ਨਾਟ ਜਸਟ ਅਬਾਊਟ getting a PhD degree, getting an MPhil degree or getting degrees. It's about learning and it's about experimenting. ਤੇ ਉਹ ਤੁਹਾਡੇ ਜਿਹੜੇ ਐਕਸਪੀਰੀਅੰਸਡ ਬੰਦੇ ਹੈ, ਉਹ ਤੁਸੀਂ ਉਹਨਾਂ ਦਾ ਗਿਆਨ, ਉਹਨਾਂ ਦਾ ਜੇ ਲੈ ਲਓ ਅਤੇ ਤੁਸੀਂ ਇੰਨਾ ਫਾਇਦਾ ਉਹਦਾ ਉਠਾ ਸਕਦੇ ਹੋ। ਬਟ ਮੈਂ ਇਹੀ ਬੱਚਿਆਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ, ਥਰੂ ਦੇ ਟੀਚਰਸ ਕਨੈਕਟ ਕਰੋ। ਟੀਚਰਸ ਨੂੰ ਅਸੀਂ ਗੁਰੂ ਹੀ ਸਮਝਣਾ ਹੁਣ ਬੰਦ ਕਰ ਦਿੱਤਾ ਹੈ। ਅਸੀਂ ਕਹਿੰਦੇ ਠੀਕ ਹੈ ਜੀ, ਅਸਾਈਨਮੈਂਟ ਲਿਖ ਦਿਆ ਜੀ, ਨੰਬਰ ਵਧੀਆ ਦੇ ਦਿਓ ਜੀ, ਉਹ ਠੀਕ ਹੈ, ਲੇਕਿਨ ਟੀਚਰ ਜੋ ਹੈ, ਜੋ ਪਹਿਲਾਂ ਸਿਸਟਮ ਹੁੰਦਾ ਸੀਗਾ, ਅਸੀਂ ਉਹਨਾਂ ਨੂੰ ਬਹੁਤ ਉੱਚੇ ਪੱਧਰ 'ਤੇ ਮੰਨਦੇ ਸੀਗੇ ਔਰ ਉਹ ਵੀ ਸਾਨੂੰ ਬਹੁਤ ਪਿਆਰ ਔਰ ਸਨੇਹ ਦਿੰਦੇ ਸੀਗੇ। ਹੁਣ ਵੀ ਮੈਨੂੰ ਬੜੀ ਖੁਸ਼ੀ ਹੈ ਜਦੋਂ ਮੇਰਾ ਗਾਣਾ ਵਾਇਰਲ ਇਹ ਹੋਇਆ ਅਤੇ ਮੇਰੀ ਟੀਚਰਸ ਨੇ, ਮੇਰੇ ਸਕੂਲ ਕਾਲਜ ਦੇ ਨੇ ਮੈਨੂੰ ਮੈਸੇਜਸ ਕੀਤੇ ਹੈ, ਰਾਖੀ ਬਹੁਤ ਮਜ਼ਾ ਆਇਆ। ਸੋ ਈਵਨ ਨਾਓ ਆਈ ਐਮ ਕਨੈਕਟਡ ਵਿਦ ਦੈਮ, ਇਟਸ ਅ ਵੈਰੀ ਬਿਊਟੀਫੁਲ ਫੀਲਿੰਗ। ਸੋ ਆਈ ਥਿੰਕ ਦਿਸ ਯੂਥ ਨੀਡਸ ਟੂ ਅੰਡਰਸਟੈਂਡ ਦੈਟ ਫਾਲਤੂ ਦੀ ਚੀਜ਼ਾਂ 'ਚ ਆਪਾਂ ਪੜ ਜਾਂਦੇ ਹਾਂ। ਸੁਸ਼ਾਂਤ ਦਾ ਕੇਸ ਹੋਇਆ, ਬਹੁਤ ਅਨਫੋਰਚੂਨੇਟ ਸੀਗਾ, ਮਨ ਫੈਲਟ ਵੈਰੀ ਬੈਡ। ਕਿਉਂ ਅਕੇਲਾਪਨ ਤੁਸੀਂ ਝੇਲਣਾ ਹੈ ਜਦੋਂ ਤੁਹਾਡੇ ਨਾਲ ਬੰਦੇ, ਸਭ ਕੁਝ ਖੁਸ਼ੀਆਂ ਹੈ ਤੁਹਾਡੇ ਕੋਲ, ਬਸ ਤੁਹਾਨੂੰ ਲੱਭਣੀ ਹੈ ਉਹ ਖੁਸ਼ੀਆਂ। ਬਟ ਅਸੀਂ ਲੱਭਣਾ ਹੀ ਬੰਦ ਕਰਤਾ, ਪਤਾ ਨਹੀਂ ਕੀ ਹੋ ਗਿਆ। ਅਸੀਂ ਕਹਿੰਦੇ ਨਹੀਂ ਜੀ ਅਸੀਂ ਬਹੁਤ ਡਿਪਰੈਸਡ ਹੈ ਔਰ ਸਹਾਰਾ ਲੈਣਾ ਸ਼ੁਰੂ ਕਰ ਦਿੰਦੇ ਹਾਂ ਫਾਲਤੂ ਦੀ ਚੀਜ਼ਾਂ, ਕਿ ਸਮੋਕਿੰਗ, ਡਰਿੰਕਿੰਗ, ਇਹੋ ਜਿਹੀਆਂ ਚੀਜ਼ਾਂ 'ਚ ਪੈ ਜਾਂਦੇ हैं। ਡਰੱਗਸ ਮੈਂ ਦੇਖਿਆ, ਮੈਂ ਉੱਥੇ ਬਠਿੰਡਾ ਕੰਮ ਕੀਤਾ, ਮੈਨੂੰ ਪਤਾ ਹੈ ਚੰਗੇ ਸੇ। ਬਹੁਤ ਕਿਉਂ ਆਪਾਂ ਇਹ ਸਾਰੀ ਚੀਜ਼ਾਂ 'ਤੇ ਪੈਣਾ ਹੈ। ਜ਼ਿੰਦਗੀ 'ਚ ਹਾਏ ਦੇਣ ਲਈ ਖੁਸ਼ੀਆਂ ਇੰਨੀਆਂ ਹੈਗੀਆਂ ਕਿ ਤੁਹਾਨੂੰ ਲੋੜ ਹੀ ਨਹੀਂ ਇਨ ਚੀਜ਼ਾਂ ਦੀ। So that's my message for the youth. Just stop this. Start painting, start drawing, start singing, start dancing. ਲੋਕਾਂ ਨਾਲ ਮਿਲੋ, ਫਰੈਂਡਸ ਫੈਮਿਲੀ ਨਾਲ ਗੱਲਬਾਤ ਕਰੋ। ਬੈਠੇ ਬੈਠੇ ਮੋਬਾਈਲ 'ਤੇ ਈਮੋਜੀ ਭੇਜਣਾ ਔਰ ਲੋਲ ਭੇਜਣਾ ਹੈ, ਉਹਦੇ ਨਾਲੋਂ ਬੈਟਰ ਕਿ ਹੱਸ ਲਓ। ਤੋ ਬਹਿ ਕੇ ਹੱਸੋ ਇੰਸਟੈਡ ਆਫ ਸੇਇੰਗ ਲੋਲ। That's my message to the youth. ਓਹ ਮਾਈ ਗॉड।
ਵੀ ਨੀਡ ਦਿਸ ਕਾਈਂਡ ਆਫ ਸੈਟਿਸਫੈਕਸ਼ਨ ਇਨ ਆਰ ਲਾਈਫਸ। ਬਸ ਇਹੀ ਕਹਿਣਾ ਚਾਹੂੰਗੀ, ਇਸ ਕਨਵਰਜ਼ੇਸ਼ਨ ਦਾ ਜਿਹੜਾ ਕਰਕਸ ਨਿਕਲਦਾ ਹੈ, ਸਾਨੂੰ ਆਪਣੀ ਲਾਈਫ ਦੇ ਵਿੱਚ ਇਹ ਸੈਟਿਸਫੈਕਸ਼ਨ ਚਾਹੀਦੀ। ਥੈਂਕ ਯੂ ਸੋ ਮਚ ਐਂਡ ਵਿਸ਼ਿੰਗ ਯੂ ਆਲ ਦ ਬੈਸਟ, ਬੀ ਹੈਪੀ, ਸਟੇ ਸੇਫ। ਔਰ ਸਾਰਿਆਂ ਨੂੰ ਹੁਣ ਬਹੁਤ ਬਹੁਤ ਨਵਰਾਤਰੇ ਔਰ ਸਾਰੇ ਇੰਨੇ ਫੈਸਟੀਵਲ ਸਾਡੇ ਆ ਰਹੇ ਨੇ, ਹੁਣ ਉਹਨਾਂ ਦੀ ਬਹੁਤ ਬਹੁਤ ਮੁਬਾਰਕਾਂ ਹੈ। ਜੀ ਥੈਂਕ ਯੂ ਸੋ ਮਚ ਮੈਮ, ਥੈਂਕ ਯੂ ਸੋ ਮਚ। ਵੈਲ ਏਸੀ ਦਾ ਸਾਡੇ ਨਾਲ ਬਹੁਤ ਹੀ ਜ਼ਿਆਦਾ ਪੋਜ਼ਿਟਿਵ, ਅਸਲ ਮਾਇਨੇ ਦੇ ਵਿੱਚ ਬਹੁਤ ਪੋਜ਼ਿਟਿਵ, ਬਹੁਤ ਸੋਹਣੇ ਐਂਡ ਬਹੁਤ ਹੀ ਜ਼ਿਆਦਾ ਟੈਲੈਂਟਡ, ਜਿਨ੍ਹਾਂ ਨੇ ਛੋਟੀ ਜਿਹੀ ਕਨਵਰਜ਼ੇਸ਼ਨ ਦੇ ਰਹੇ, ਆਈ ਐਮ ਸ਼ੋਰ ਮੇਰੇ ਨਾਲ ਨਾਲ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਦਿੱਤੀ ਹੋਣੀ। ਬਹੁਤ ਚੰਗਾ ਲੱਗਿਆ ਗੱਲ ਕਰਕੇ, ਅਤੇ ਦੁਬਾਰਾ ਇਹ ਚੀਜ਼ ਰਿਪੀਟ ਕਰਨਾ ਚਾਹਾਂਗੀ, ਸਾਨੂੰ ਇਸ ਤਰ੍ਹਾਂ ਦੀ ਸੈਟਿਸਫੈਕਸ਼ਨ ਦੀ ਬਹੁਤ ਲੋੜ ਆ। ਇੱਦਾਂ ਦੀ ਭੱਜ ਦੌੜ ਦੀ ਲਾਈਫ ਦੇ ਵਿੱਚ ਅਸੀਂ ਸਿਰਫ ਕੰਮ ਦੇ ਪਿੱਛੇ ਆ, ਅਸੀਂ ਸਿਰਫ ਮਟੀਰੀਅਲਿਸਟਿਕ ਚੀਜ਼ਾਂ ਦੇ ਪਿੱਛੇ ਆ, ਬਟ ਕਿਤੇ ਨਾ ਕਿਤੇ ਰੱਬ ਨੂੰ ਭੁੱਲ ਜਾਂਦੇ ਆ, ਕਿਤੇ ਨਾ ਕਿਤੇ ਪਰਿਵਾਰ ਨੂੰ ਭੁੱਲ ਜਾਂਦੇ ਆ। ਇਹ ਸੈਟਿਸਫੈਕਸ਼ਨ ਸ਼ਾਇਦ ਜੇ ਕਿਸੇ ਦੀ ਲਾਈਫ ਦੇ ਵਿੱਚ ਆ ਜਾਵੇ ਤਾਂ ਆਈ ਕੈਨ ਸੇ ਸਾਡੇ ਆਲੇ ਦੁਆਲੇ ਆ ਇਹ ਦੇਸ਼ ਸੁਧਰ ਜਾਵੇ, ਇਹ ਯੂਥ ਜਿਸ ਪਾਸੇ ਜਾ ਰਿਹਾ ਹੈ ਉਹ ਸਾਰੀਆਂ ਚੀਜ਼ਾਂ ਸੌਟ ਹੋ ਕੇ ਸਭ ਕੁਝ ਬਹੁਤ ਸੋਹਣਾ ਹੋ ਜਾਊਗਾ। ਆਈ ਹੋਪ ਇਸ ਇੰਟਰਵਿਊ ਦੇ ਰਾਹੀਂ ਮੈਂ ਬਹੁਤ ਸਿੱਖ ਲਈ ਹਾਂ, ਤੁਸੀਂ ਵੀ ਜਿਹੜਾ ਇੱਕ ਲੈਸਨ ਜ਼ਰੂਰ ਲਵੋਗੇ। ਵੀਡੀਓ ਜਰਨਲਿਸਟ ਆਨੰਦ ਦੇ ਨਾਲ ਸੋਨਾਲੀ ਨੇਗੀ, ਸਾਈਨਿੰਗ ਆਫ।